प्रोग्राम गुरमत ज्ञान लाइव ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਮਨਦੀਪ ਸਿੰਘ ਵੱਲੋਂ ਸਵਾਗਤ ਹੈ। ਹਰ ਹਫਤੇ ਦੀ ਤਰ੍ਹਾਂ ਇਸ ਹਫਤੇ ਵੀ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ ਆਪ ਜੀ ਨੂੰ ਗੁਰਮਤ ਸੰਬੰਧੀ ਅਤੇ ਗੁਰਬਾਣੀ ਸੰਬੰਧੀ ਸੇਧ ਦੇਣਗੇ। ਗਿਆਨੀ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਗਿਆਨੀ ਜੀ ਫਤਿਹ ਸਾਂਝੀ ਕਰਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫਤੇ ਤੱਕ ਗਿਆਨੀ ਜੀ ਨੇ ਪੌੜੀ ਕਰਮ ਖੰਡ ਕੀ ਬਾਣੀ ਜੋਰ ਇਸ ਦੇ ਜੋ ਅਖਰੀ ਅਰਥ ਹਨ ਅਤੇ ਵਿਆਕਰਣ ਦੀ ਜੋ ਸੇਧ ਸੀ ਉਹ ਦਿੱਤੀ। इस हफ्ते इस प्रोग्राम का आगाज जो अगली पौड़ी है जत पहारा धीरज सुनियार ऐरन मत वेद हथियार इस तो किया जाता है। जत पहारा धीरज सुनियार ऐरन मत वेद हथियार पौ खला अगन तब ताओ पांडा पाओ अमृत तित ढाल कड़िए शब्द सच्ची टकसाल जिनको नदर करम तिनकार नानक नदरी नदर निहाल। गुरु सवारी साध संगत असी जदों गुरु किरपा दे नाल 37ਵੀਂ पौड़ी दी विचार कर रहे सां ਤਾਂ ਅਖੀਰ ਵਿੱਚ ਅੱਖਰ ਆਏ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ। ਗੁਰੂ ਪਾਤਸ਼ਾਹ ਨੇ ਸੱਚਖੰਡ ਬਾਰੇ ਅਤੇ ਕਰਮਖੰਡ ਬਾਰੇ ਸਾਨੂੰ ਇਹ ਗੱਲ ਸਮਝਾਉਣ ਦੀ ਕਿਰਪਾ ਕੀਤੀ ਹੈ ਕਿ ਜਦੋਂ ਬਖਸ਼ਿਸ਼ ਹੁੰਦੀ ਹੈ ਜਿਹਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ ਉਹਦੀ ਬਾਣੀ ਉਹਦੀ ਬਨਾਵਟ ਜ਼ੋਰ ਵਾਲੀ ਤਾਕਤ ਵਾਲੀ ਹੋ ਜਾਂਦੀ। ਭਾਵ ਉਸ ਦੀ ਕਥਨੀ ਅੰਦਰ ਇਤਨੀ ਪ੍ਰਬਲਤਾ ਆ ਜਾਂਦੀ ਹੈ ਕਿ ਉਹ ਜੋ ਵੀ ਕਹਿੰਦਾ ਹੈ ਉਹ 16 ਆਨੇ ਠੀਕ ਪੱਥਰ ਤੇ ਲੀਕ ਹੁੰਦਾ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਭਾਵੇਂ ਗੁਰਬਾਣੀ ਵੀ ਸਮਝਾਇਆ ਪਾਤਸ਼ਾਹ ਨੇ ਜਾਂ ਕਰਨੀ ਤਾਂ ਪੂਰੀ ਮਤ ਕਰਨੀ ਬਾਝੋਂ ਘੱਟੇ ਘੱਟ। ਕਰਨੀ ਦਾ ਮਤਲਬ ਹੈ ਜੋ ਆਮਲ ਬਾ ਅਮਲ ਹੈ। ਦੁਨੀਆ ਵਿੱਚ ਆਲਮ ਬਹੁਤ ਨੇ, ਆਲਮ ਕਹਿੰਦੇ ਨੇ ਇਲਮ ਜਾਣਨ ਵਾਲਿਆਂ ਨੂੰ, ਪਰ ਆਮਲ ਬੜੇ ਘੱਟ ਹਨ। ਆਮਲ ਦਾ ਮਤਲਬ ਹੈ ਜੋ ਇਲਮ ਜਾਣਿਆ ਉਸ ਤੇ ਅਮਲ ਕਰਨ ਵਾਲੇ। ਕਿਉਂਕਿ ਗੁਰੂ ਪਾਤਸ਼ਾਹ ਜੀ ਦਾ ਇਹ ਸੰਦੇਸ਼ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਸਿਰਫ ਵਿਦਿਆ ਪੜ੍ਹ ਲੈਣੀ, ਡਿਗਰੀਆਂ ਲੈ ਲੈਣੀਆਂ ਜਾਂ ਇਸ ਗੱਲ ਦੀ ਡੀਂਗ ਮਾਰਨੀ ਕਿ ਮੈਂ ਬਹੁਤ ਵਿਦਵਾਨ ਹਾਂ, ਇਹ ਕਾਫੀ ਨਹੀਂ। ਕਿਉਂਕਿ ਪਾਤਸ਼ਾਹ ਫਰਮਾਉਂਦੇ ਨੇ ਕਥਨੀ ਹੈ ਪਰ ਰਹਿਤ ਨਾ ਹੋਈ। ਤਥਾ ਇਹੋ ਜਿਹਾ ਪੰਡਤ ਇਹੋ ਜਿਹਾ ਵਿਦਵਾਨ ਕਦੇ ਕਿਸੇ ਦੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਲਿਆ ਸਕਦਾ ਜਿਹਦੇ ਆਪਣੇ ਜੀਵਨ ਵਿੱਚ ਕੁਝ ਅਮਲ ਨਾ ਹੋਵੇ। ਅਮਲ ਤੋਂ ਬਿਹੂਣਾ ਜੀਵਨ ਐਉਂ ਜਾਣੋ ਜਿਵੇਂ ਬਰੂਦ ਤੋਂ ਗੋਲੀ ਤੋਂ ਖਾਲੀ ਬੰਦੂਕ ਹੈ। ਬੰਦੂਕ ਚੱਲੇਗੀ ਜ਼ਰੂਰ ਪਰ ਉਹ ਕਦੇ ਕਿਸੇ ਉੱਤੇ ਕੋਈ ਅਸਰ ਨਹੀਂ ਕਰ ਸਕਦੀ ਕਿਉਂਕਿ ਉਹਦੇ ਵਿੱਚ ਹੀ ਕੁਝ ਨਹੀਂ। ਇਸ ਲਈ ਮਹਾਰਾਜ ਨੇ ਫਰਮਾਇਆ ਇਹ ਜਿਹੜੀ ਅਵਸਥਾ ਅਸੀਂ ਦੱਸ ਰਹੇ ਹਾਂ ਕਰਮਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨਮੈ ਰਾਮ ਰਿਹਾ ਭਰਪੂਰ। ਆਖਿਆ ਇਹ ਕਾਰਜ ਸਿਰਫ ਕਥਨੀ ਦਾ ਨਹੀਂ, ਇਹ ਕਰਨੀ ਦਾ ਮਾਰਗ ਹੈ ਤੇ ਜਿਹੜਾ ਕਰਨੀ ਵਿੱਚ ਪੂਰਾ ਹੋਵੇਗਾ ਉਹਦੇ ਉੱਤੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਹੋਵੇਗੀ ਤੇ ਜਿਹਦੇ ਉੱਤੇ ਉਹਦੀ ਬਖਸ਼ਿਸ਼ ਹੋ ਜਾਏਗੀ ਉਹਦੇ ਹਿਰਦੇ ਵਿੱਚ, ਮਨ ਵਿੱਚ, ਬਚਨ ਵਿੱਚ, ਕਰਮ ਵਿੱਚ ਉਸ ਸੱਚੇ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਹੋਵੇਗੀ। ਤਿੱਥੈ ਹੋਰ ਨਾ ਕੋਈ ਹੋਰ, ਉੱਥੇ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਗੱਲ ਨਹੀਂ ਹੋਵੇਗੀ। ਪਰ ਮਹਾਰਾਜ ਨੇ ਅਖੀਰ ਵਿੱਚ ਇਹ ਵੀ ਗੱਲ ਕਹਿ ਦਿੱਤੀ ਕਿ ਕਥਨਾ ਕਰੜਾ ਸਾਰ, ਉਸ ਅਵਸਥਾ ਦਾ ਕਥਨ ਕਰਨਾ, ਉਸ ਦਾ ਅੱਖਰਾਂ ਦੁਆਰਾ ਸਮਝਾਉਣਾ, ਇਹ ਕਰੜਾ ਸਾਰ ਹੈ। ਸਾਰ ਕਹਿੰਦੇ ਨੇ ਫੌਲਾਦ ਨੂੰ। ਜਿਵੇਂ ਲੋਹੇ ਨੂੰ ਚਬਾਉਣਾ
ਬੜਾ ਔਖਾ ਹੈ। ਕਹਿੰਦੇ ਇਸੇ ਤਰ੍ਹਾਂ ਇਸ ਅਵਸਥਾ ਦਾ ਕਥਨ ਕਰਨਾ, ਬਿਆਨ ਕਰਨਾ ਬੜਾ ਮੁਸ਼ਕਲ ਹੈ। ਇਸੇ ਲਈ ਭਗਤ ਕਬੀਰ ਜੀ ਨੇ ਕਿਹਾ, ਲੋਕ ਪੁੱਛਦੇ ਨੇ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਆਖਿਆ ਲੋਕ ਪੁੱਛਦੇ ਨੇ, ਭਗਤ ਜੀ ਵਾਹਿਗੁਰੂ ਦੇ ਚਰਨ ਕਮਲਾਂ ਦੀ ਮੌਜ ਦਾ ਕੈਸਾ ਆਨੰਦ ਹੈ, ਸਾਨੂੰ ਵੀ ਦੱਸੋ। ਕਬੀਰ ਜੀ ਕਹਿੰਦੇ ਨੇ, ਕੀ ਦੱਸਾਂ, ਦੱਸਣ ਨਾਲ ਕਿਸੇ ਨੂੰ ਸਮਝ ਆ ਜਾਏਗੀ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਜੇ ਤੁਸੀਂ ਇਸ ਅਵਸਥਾ ਨੂੰ ਦੇਖਣਾ ਚਾਹੁੰਦੇ ਹੋ ਤੇ ਆਓ, ਕੁਝ ਪ੍ਰੈਕਟੀਕਲੀ ਕਰੋ। ਸੱਚਮੁੱਚ ਸਿੱਖ ਧਰਮ ਪ੍ਰੈਕਟੀਕਲੀ ਧਰਮ ਹੈ। ਗੁਰੂਆਂ ਨੇ ਸਾਨੂੰ ਉਹ ਜੀਵਨ ਜਾਚ ਦੱਸੀ ਹੈ, ਜਿਸ ਜੀਵਨ ਜਾਚ ਨੂੰ ਅਪਣਾ ਕੇ ਅਸੀਂ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਵੀ ਸੱਚਖੰਡ ਦੇ ਵਾਸੀ ਹੋ ਸਕਦੇ ਹਾਂ। ਤਾਂ ਹੀ ਮੇਰੇ ਗੁਰਦੇਵ ਨੇ ਫਰਮਾਇਆ, ਜੋਗ ਨ ਭਗਵੀ ਕੱਪੜੀ ਜੋਗ ਨ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕੈ ਉਪਦੇਸ਼। ਗੁਰੂ ਦੇ ਉਪਦੇਸ਼ ਨੂੰ ਸੁਣਨ ਅਤੇ ਮੰਨਣ ਦੇ ਨਾਲ ਸਾਨੂੰ ਘਰ ਬੈਠਿਆਂ ਹੀ ਉਸ ਪਰਮਾਤਮਾ ਨਾਲ ਜੁੜਨ ਦੀ ਅਵਸਥਾ ਪ੍ਰਾਪਤ ਹੋ ਸਕਦੀ ਹੈ। ਇਸੇ ਲਈ ਗੁਰੂ ਘਰ ਵਿੱਚ ਨਾ ਭਗਵੇਂ ਕੱਪੜਿਆਂ ਦੀ ਕੋਈ ਮਹਾਨਤਾ ਹੈ, ਨਾ ਕੋਈ ਸੋਹਣੇ ਕੇਸਾਂ ਦੀਆਂ ਜਟਾਵਾਂ ਬਣਾਉਣ ਦਾ ਕੋਈ ਜ਼ਿਕਰ ਹੈ, ਤੇ ਨਾ ਹੀ ਪਿੰਡੇ ਤੇ ਸੁਆਹ ਮਲਣੀ ਗੁਰੂ ਸਾਹਿਬ ਨੇ ਕਿਹਾ। ਬਲਕਿ ਇੱਥੇ ਤੀਕਰ ਕਿਹਾ, ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸਮਸਰ ਜਾਣੇ, ਜੋਗੀ ਕਹੀਐ ਸੋਈ। ਜੋਗ ਨਾ ਖਿੰਥਾ ਜੋਗ ਨਾ ਡੰਡਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮਡਾਇਐ, ਜੋਗ ਨ ਸਿੰਘੀ ਵਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਹ ਪਾਈ। ਅੰਜਨ ਕਹਿੰਦੇ ਹਨ ਸੁਰਮੇ ਨੂੰ। ਸੁਰਮੇ ਦਾ ਮਤਲਬ ਹੈ ਕਾਲਖ। ਇਸ ਮਾਇਆ ਰੂਪੀ ਕਾਲਖ ਦੇ ਵਿੱਚ ਜੇ ਕੋਈ ਕਾਲਖ ਤੋਂ ਬਚਿਆ ਰਹੇ ਫਿਰ ਉਹ ਸੂਰਮਾ ਹੈ, ਔਰ ਉਹ ਹੀ ਉਸ ਨਿਰੰਜਨ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ। ਲਓ ਸਾਧ ਸੰਗਤ, ਹੁਣ ਅਸੀਂ ਜਿਸ ਪੌੜੀ ਦੀ ਵਿਚਾਰ ਕਰਨ ਜਾ ਰਹੇ ਹਾਂ, ਇਹ ਜਪਜੀ ਸਾਹਿਬ ਦੀ ਅਖੀਰਲੀ ਪੌੜੀ ਹੈ। ਕਿਉਂਕਿ ਲੜੀ ਜੋੜਨ ਵਾਸਤੇ ਦੱਸਣਾ ਜ਼ਰੂਰੀ ਸੀ ਕਿ ਕਥਨਾ ਕਰੜਾ ਸਾਰ, ਉਸ ਦਾ ਕਥਨ ਕਰਨਾ ਕਰੜੇ ਸਾਰ ਫੌਲਾਦ ਨੂੰ ਚਬਾਉਣ ਵਾਂਗੂ ਹੈ, ਭਾਵ ਉਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਹੋਰ ਵੀ ਬਹੁਤ ਸਾਰੇ ਸ਼ਬਦ ਗੁਰਬਾਣੀ ਵਿੱਚ ਆਉਂਦੇ ਨੇ, ਜਿਨ ਹਰ ਪਾਇਓ ਤਿਨੈ ਛਪਾਇਓ। ਜਿਨ੍ਹਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਕਰ ਲਈ ਹੈ, ਉਹ ਕਹਿੰਦੇ ਹਨ ਅਸੀਂ ਕੋਈ ਵੀ ਪ੍ਰਾਪਤੀ ਨਹੀਂ ਕੀਤੀ। ਇਹ ਇਸ ਗੱਲ ਦਾ ਮਤਲਬ ਨਹੀਂ ਕਿ ਉਹ ਦੱਸਣਾ ਨਹੀਂ ਚਾਹੁੰਦੇ, ਇਸ ਲਈ ਕਿ ਲੋਕ ਦੱਸਣ ਵਾਲਿਆਂ ਨੂੰ ਪੂਜਦੇ ਨੇ, ਮੱਥੇ ਟੇਕਦੇ ਨੇ, ਉਹਨਾਂ ਦੇ ਜਲਸੇ ਜਲੂਸ ਕਰ ਦਿੰਦੇ ਨੇ। ਇਹਦੇ ਨਾਲ ਉਹਨਾਂ ਦਾ ਉਹ ਧਨ ਲੁੱਟਿਆ ਜਾਂਦਾ। ਇਸ ਲਈ ਉਹ ਆਪਣਾ ਧਨ ਬਚਾ ਕੇ ਰੱਖਣਾ ਚਾਹੁੰਦੇ ਨੇ। ਜਿਵੇਂ ਅਸੀਂ ਸਾਰੇ ਦੁਨੀਆਦਾਰ ਲੋਕ ਆਪਣੇ ਧਨ ਨੂੰ ਕਿੰਨਾ ਬਚਾਉਂਦੇ ਹਾਂ, ਕਿਤਨਾ ਲੁਕੋ ਕੇ ਰੱਖਦੇ ਹਾਂ, ਬਈ ਕਿਸੇ ਨੂੰ ਪਤਾ ਤੱਕ ਨਾ ਲੱਗ ਜਾਏ। ਸੱਚਮੁੱਚ ਇਹ ਜਿਹੜੀ ਨਾਮ ਦੀ ਦੌਲਤ ਹੈ, ਉਹ ਲੋਕ ਇਸ ਨੂੰ ਲੁਕੋ ਕੇ ਰੱਖਦੇ ਨੇ। ਤੋ ਸਾਧ ਸੰਗਤ, ਹੁਣ ਗੁਰੂ ਪਾਤਸ਼ਾਹ ਇਸ ਨੂੰ ਵਾਈਂਡ ਅਪ ਕਰਦੇ ਨੇ। ਜੇ ਸਾਡੇ ਵਰਗਾ ਕੋਈ ਗ੍ਰਸਤੀ, ਸਾਡੇ ਵਰਗਾ ਕੋਈ ਕਿਰਤ ਬਿਰਤ ਕਰਨ ਵਾਲਾ ਇਸ ਅਵਸਥਾ ਤੇ ਪਹੁੰਚਣਾ ਚਾਹੇ ਤੇ ਕਿਵੇਂ ਪਹੁੰਚੇ। ਮਹਾਰਾਜ ਕਹਿੰਦੇ ਨੇ, ਆਓ ਤੁਹਾਨੂੰ ਦੱਸੀਏ। ਜਤ ਪਹਾਰਾ ਧੀਰਜ ਸੁਨਿਆਰ, ਮਿਸਾਲ ਦਿੱਤੀ ਹੈ ਸੁਨਿਆਰ ਦੀ। ਇਹ ਠੀਕ ਹੈ ਕਿ ਅੱਜ ਦੀ ਨਵੀਂ ਜਨਰੇਸ਼ਨ, ਨਵੀਂ ਉਮਰ ਦੇ, ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਸੁਨਿਆਰ ਦੇ ਕਿੱਤੇ ਬਾਰੇ ਪਤਾ ਨਹੀਂ, ਸੁਨਿਆਰ ਦੀ ਉਸ ਕਰਨੀ ਦਾ ਕੋਈ ਗਿਆਨ ਨਹੀਂ। ਕਿਉਂਕਿ ਹੁਣ ਤੇ ਸਜੀਆਂ ਸਜਾਈਆਂ ਦੁਕਾਨਾਂ ਉੱਤੇ ਸਰਾਫ ਬੈਠੇ ਨੇ, ਉਹਨਾਂ ਨੇ ਸੋਹਣੇ ਗਹਿਣੇ ਸਜਾਏ ਹੋਏ ਨੇ। ਲੋਕੀ ਜਾ ਕੇ ਸ਼ੋਰੂਮਾਂ ਵਿੱਚ ਬੈਠਦੇ, ਗਹਿਣੇ ਖਰੀਦੇ ਤੇ ਘਰ ਨੂੰ ਤੁਰ ਜਾਂਦੇ। ਪਰ ਪਹਿਲੇ ਸਮਿਆਂ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਹੁੰਦੀ ਸੀ, ਉਹਨੂੰ ਪਹਾਰਾ ਕਿਹਾ ਜਾਂਦਾ, ਔਰ ਉਸ ਦੁਕਾਨ ਦੇ ਅੰਦਰ ਬੈਠ ਕੇ ਸੁਨਿਆਰਾ ਸੋਨੇ ਦੀ ਘਾੜਤ ਕਰਦਾ ਸੀ। ਮਹਾਰਾਜ ਕਹਿੰਦੇ ਨੇ, ਜਿਹੜਾ ਸਾਡਾ ਸਰੀਰ ਹੈ, ਇਹਨੂੰ ਸੁਨਿਆਰੇ ਦੀ ਦੁਕਾਨ ਬਣਾਉਣਾ ਹੈ। ਪਰ ਜਤ ਪਹਾਰਾ,
ਹੁਣ ਜਤ ਸ਼ਬਦ ਜਿਹੜਾ ਹੈ, ਇਹ ਗੁਰਬਾਣੀ 'ਚ ਬਹੁਤ ਵਾਰੀ ਆਉਂਦਾ ਹੈ। ਜਤ ਵੀ ਆਉਂਦਾ ਹੈ, ਜਤੀ ਵੀ ਆਉਂਦਾ ਹੈ। ਜਤ ਦਾ ਮਤਲਬ ਹੈ ਆਪਣੇ ਇੰਦਰੀਆਂ ਨੂੰ ਕੰਟਰੋਲ ਕਰ ਲੈਣਾ। ਹੁਣ ਸਾਡੇ ਇੰਦਰੇ ਕਿਤਨੇ ਹਨ? 5 ਗਿਆਨ ਇੰਦਰੇ ਹਨ, 5 ਕਰਮ ਇੰਦਰੇ ਹਨ। ਕਰਮ ਇੰਦਰੇ ਉਹ ਹਨ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ। ਗਿਆਨ ਇੰਦਰੇ ਉਹ ਹਨ ਜਿਨ੍ਹਾਂ ਨਾਲ ਸਾਨੂੰ ਗਿਆਨ ਹੁੰਦਾ ਹੈ। ਇਹਨਾਂ ਦੀ ਵੰਡ ਕਰ ਲੈਣੀ ਹੈ। 5 ਕਰਮ ਇੰਦਰੇ, 2 ਹੱਥ 2 ਪੈਰ, ਇਹ ਸਰੀਰ ਕਰਮ ਇੰਦਰੇ ਨੇ। ਔਰ ਗਿਆਨ ਇੰਦਰੇ ਕਿਹੜੇ ਹਨ? ਜਿਨ੍ਹਾਂ ਦੇ ਲੱਛਣ ਹਨ ਸ਼ਬਦ, ਸਪਰਸ਼, ਰੂਪ, ਰਸ, ਗੰਧ। ਸ਼ਬਦ ਕੌਣ ਸੁਣਦਾ ਹੈ? ਕੰਨ ਸੁਣਦੇ ਹਨ। ਸਪਰਸ਼ ਕੌਣ ਕਰਦਾ ਹੈ? ਸਾਡੀ ਜੋ ਸਕਿਨ ਹੈ, ਚਮੜੀ ਹੈ, ਇਹਦੇ ਅੰਦਰ ਬੜਾ ਗਿਆਨ ਹੈ। ਇਹਨੂੰ ਤੱਤੇ ਦਾ, ਠੰਡੇ ਦਾ, ਆਪਣੇ ਦਾ, ਬਗਾਨੇ ਦਾ, ਭੈੜੀ ਨੀਅਤ ਵਾਲੇ ਦਾ, ਚੰਗੀ ਨੀਅਤ ਵਾਲੇ ਦਾ ਗਿਆਨ ਹੋ ਜਾਂਦਾ। ਔਰ ਇਸੇ ਤਰ੍ਹਾਂ ਰੂਪ ਕੌਣ ਦੇਖਦਾ ਹੈ? ਅੱਖਾਂ ਦੇਖਦੀਆਂ ਹਨ। ਇਹਨਾਂ ਅੱਖਾਂ ਨਾਲ ਦੇਖ ਕੇ ਹੀ ਅਸੀਂ ਸੋਹਣੇ ਕਸੋਹਣੇ ਦਾ ਨਿਰਣਾ ਕਰਦੇ ਹਾਂ। ਰਸ ਕੌਣ ਚੱਖਦਾ ਹੈ? ਸਾਡੀ ਜੀਭਾ ਚੱਖਦੀ ਹੈ, ਜਿਹਦੇ ਨਾਲ ਸਾਨੂੰ ਖੱਟੇ, ਮਿੱਠੇ, ਚਟਪਟੇ, ਸਲੂਣੇ ਦਾ ਪਤਾ ਲੱਗਦਾ। ਔਰ ਗੰਧ, ਬਦਬੂ ਅਤੇ ਖੁਸ਼ਬੂ ਦਾ ਗਿਆਨ ਕਿਸ ਨੂੰ ਹੁੰਦਾ ਹੈ? ਸਾਡੇ ਨੱਕ ਨੂੰ। ਇਹ ਹਨ 5 ਗਿਆਨ ਇੰਦਰੇ, 5 ਕਰਮ ਇੰਦਰੇ। ਇਹਨਾਂ ਨੂੰ ਕੰਟਰੋਲ ਵਿੱਚ ਲਿਆਉਣਾ ਹੈ। ਪੈਰਾਂ ਨਾਲ ਚੱਲ ਕੇ ਭੈੜੇ ਪਾਸੇ ਨਹੀਂ ਜਾਣਾ। ਹੱਥਾਂ ਨਾਲ ਕਿਸੇ ਦਾ ਪਰਾਇਆ ਹੱਕ ਨਹੀਂ ਖੋਣਾ। ਸਰੀਰ ਨਾਲ ਕਿਸੇ ਦਾ ਬੁਰਾ ਨਹੀਂ ਕਮਾਉਣਾ। ਅੱਖਾਂ ਨਾਲ ਦੇਖ ਕੇ ਕਿਸੇ ਰੂਪ ਨੂੰ ਮਨ ਵਿੱਚ ਵਿਕਾਰ ਪੈਦਾ ਨਹੀਂ ਕਰਨਾ। ਕੰਨਾਂ ਨਾਲ ਸੁਣ ਕੇ ਕਿਸੇ ਦੀ ਨਿੰਦਿਆ, ਚੁਗਲੀ ਦੇ ਪ੍ਰਭਾਵ ਥੱਲੇ ਨਹੀਂ ਆਉਣਾ। ਇਸੇ ਤਰ੍ਹਾਂ ਰਸਾਂ ਦੇ ਚੱਖਣ ਨਾਲ ਵੀ ਮਨ ਉੱਤੇ ਬੜਾ ਭਾਰੀ ਪ੍ਰਭਾਵ ਪੈਂਦਾ ਹੈ। ਗੁਰੂ ਸਾਹਿਬ ਨੇ ਤਾਂ ਇੱਥੇ ਤੱਕ ਫਰਮਾਇਆ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼੍ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤੂ ਆਪਣੀ ਲਹੇ। ਤੁਸੀਂ ਸਾਰੇ ਜਾਣਦੇ ਹੋ, ਅਸੀਂ ਆਪਣੇ ਮੁਹੱਲੇ ਵਿੱਚ ਇੱਕ ਚੌਕੀਦਾਰ ਰੱਖਦੇ ਹਾਂ। ਕਿਉਂ ਰੱਖਦੇ ਹਾਂ? ਇਸ ਲਈ ਕਿ ਉਹ ਸਾਡੇ ਘਰਾਂ ਦੀ ਚੋਰੀ ਹੋਣ ਤੋਂ ਬਚਾਏ। ਪਰ ਜੇ ਚੌਕੀਦਾਰ ਚੋਰਾਂ ਨਾਲ ਰਲ ਜਾਏ ਫਿਰ ਕੌਣ ਬਚਾਏ? ਜੇ ਸਾਡੇ ਗਿਆਨ ਇੰਦਰੇ ਹੀ ਭੈੜੇ ਪਾਸੇ ਲੱਗ ਜਾਣ ਫਿਰ ਕੌਣ ਸਾਡੀ ਰਾਖੀ ਕਰੇਗਾ? ਗੁਰੂ ਸਾਹਿਬ ਕਹਿੰਦੇ ਨੇ, ਇਸ ਗ੍ਰਹਿ ਮੈਂ, ਇਸ ਸਰੀਰ ਰੂਪੀ ਘਰ ਦੇ ਅੰਦਰ ਕੋਈ ਜਾਗਤ ਰਹੇ, ਸਾਬਤ ਵਸਤੂ ਆਪਣੀ ਲਹੇ। ਜਿਹੜਾ ਜਾਗਦਾ ਰਹੇਗਾ ਉਹਦੀ ਚੋਰੀ ਨਹੀਂ ਹੋਵੇਗੀ, ਉਹਨੂੰ ਕੋਈ ਲੁੱਟ ਨਹੀਂ ਸਕੇਗਾ। ਗੁਰਬਾਣੀ ਵਿੱਚ ਇਸੇ ਲਈ ਗੁਰਮੁਖ ਤੇ ਮਨਮੁਖ ਦਾ ਨਿਰਣਾ ਕਰਕੇ ਸਮਝਾਇਆ। ਮਨਮੁਖ ਸੋਏ ਰਹੇ ਸੇ ਲੂਟੇ, ਗੁਰਮੁਖ ਲੇਪ ਨਾ ਮਾਸਾ ਹੈ। ਤਥਾ ਗੁਰਮੁਖ ਜਾਗ ਰਹੇ ਦਿਨ ਰਾਤੀ। ਜਿਹੜੇ ਗੁਰੂ ਦੀ ਗੱਲ ਸੁਣਦੇ ਤੇ ਮੰਨਦੇ ਹਨ, ਉਹ ਦਿਨੇ ਰਾਤੀ ਜਾਗਦੇ, ਸਾਵਧਾਨ ਰਹਿੰਦੇ ਨੇ। ਉਹਨਾਂ ਨੂੰ ਕੋਈ ਲੁੱਟ ਨਹੀਂ ਸਕਦਾ। ਆਨੰਦ ਸਾਹਿਬ ਦੀ ਬਾਣੀ ਵਿੱਚ ਤੇ ਗੁਰੂ ਅਮਰਦਾਸ ਜੀ ਨੇ ਕਮਾਲ ਹੀ ਕਰ ਦਿੱਤੀ। ਉਹਨਾਂ ਨੇ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਇਹ ਸ਼ਰਵਣੋ ਮੇਰਿਓ ਸਾਚੇ ਸੁਨਣੇ ਨੂੰ ਪਠਾਏ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨ ਜਾਏ। ਤਥਾ ਹੋਰ ਬਹੁਤ ਸਾਰੇ ਪ੍ਰਮਾਣ ਦੇ ਕੇ ਸਮਝਾਇਆ। ਪਾਮ ਸੁਹਾਵੇ ਜਾਂ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤੋ ਜਸ ਗਾਵੇ, ਜਿਉ ਪਿਆ ਤੋ ਸ਼ਰਨੀ। ਇਹਨਾਂ ਇੰਦਰੀਆਂ ਦੀ ਇਸ ਤਰ੍ਹਾਂ ਵਰਤੋਂ ਕਰਨੀ ਹੈ। ਤੋ ਜਤ ਸ਼ਬਦ ਜਿਹੜਾ ਹੈ, ਇਹਦੇ ਅਰਥ ਕਿਤਨੇ ਹੀ ਲੰਬੇ ਕੀਤੇ ਜਾਣ ਥੋੜੇ ਹਨ। ਭਾਵ ਇਹਨਾਂ ਇੰਦਰੀਆਂ ਨੂੰ ਜਿੱਤ ਲੈਣ ਵਾਲਾ। ਵੇਦਾਂਤ ਵਾਲੇ ਉਸ ਪੁਰਸ਼ ਨੂੰ ਜਿਤੇਂਦਰ ਕਹਿੰਦੇ ਨੇ, ਜਿਸ ਨੇ ਆਪਣੀਆਂ ਇੰਦਰੀਆਂ ਨੂੰ ਜਿੱਤ ਲਿਆ, ਕਾਬੂ ਕਰ ਲਿਆ। ਗੁਰੂ ਸਾਹਿਬ ਕਹਿੰਦੇ ਨੇ ਆਪਣੇ ਸਰੀਰ ਦੇ ਅੰਦਰ ਇਹ ਤੁਹਾਨੂੰ ਨਵੀਂ ਘਾੜਤ ਘੜਨ ਵਾਸਤੇ ਇੱਕ ਸੁਨਿਆਰੇ ਦੀ ਦੁਕਾਨ ਬਣਾਉਣੀ ਪਵੇਗੀ। ਉਹ ਹੈ ਜਤ। ਆਪਣੇ ਇੰਦਰੀਆਂ ਨੂੰ ਰੋਕਣਾ, ਇਹਨਾਂ ਉੱਤੇ ਕੰਟਰੋਲ ਕਰਨਾ, ਇਹਨਾਂ ਨੂੰ ਵਸੀਕਰਨ ਕਰਨਾ। ਕੰਮ ਤਾਂ ਇਹਨਾਂ ਤੋਂ ਲੈਣਾ ਹੈ, ਪਰ ਕੀ ਲੈਣਾ ਤੇ ਕੀ ਨਹੀਂ ਲੈਣਾ, ਕਿਹੜੇ ਕੰਮ ਵੱਲ ਜਾਣਾ, ਕਿਹੜੇ ਵੱਲ ਨਹੀਂ ਜਾਣਾ, ਇਹਦੀ ਸੇਧ, ਅਗਵਾਈ, ਗਾਈਡਲਾਈਨ ਗੁਰੂ ਪਾਸੋਂ ਲੈਣੀ ਹੈ।
ਤੇ ਗੁਰਬਾਣੀ ਸਾਰੀ ਸਾਨੂੰ ਇਹ ਗਿਆਨ ਦੇ ਰਹੀ ਹੈ ਬਈ ਪੈਰ ਕਿਹੜੇ ਸੋਹਣੇ ਹਨ, ਹੱਥ ਕਿਹੜੇ ਸੋਹਣੇ ਹਨ, ਮੱਥਾ ਕਿਹੜਾ ਸਫਲ ਹੈ, ਜਾਗਣਾ ਕਿੱਥੇ ਹੈ, ਸੌਣਾ ਕਿੱਥੇ ਹੈ, ਤਿਆਗਣਾ ਕੀ ਹੈ, ਮੰਗਣਾ ਕੀ ਹੈ। ਇੱਕ ਇੱਕ ਗੱਲ ਦੀ ਵਿਚਾਰ ਕਰਨ ਦੀ ਲੋੜ ਹੈ। ਜਾਗਣਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਣਾ, ਲਾਗਣਾ ਲਾਗਨ ਨੀਕਾ ਗੁਰ ਚਰਨੀ ਮਨ ਲਾਗਣਾ, ਤਿਆਗਣਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ, ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ। ਤੇ ਅਖੀਰ ਵਿੱਚ ਕਿਹਾ ਕਹੋ ਨਾਨਕ ਤਿਸ ਸਭ ਕਿਛ ਨੀਕਾ ਜੋ ਪ੍ਰਭ ਕੀ ਸ਼ਰਨਾਗਣ। ਜਿਵੇਂ ਟਾਂਗੇ ਅੱਗੇ ਘੋੜਾ ਜੁਪਿਆ ਹੁੰਦਾ ਹੈ, ਉਹਦੀ ਲਗਾਮ ਉਸ ਕੋਚਵਾਨ ਦੇ ਹੱਥ ਵਿੱਚ ਹੁੰਦੀ ਹੈ। ਸੱਚਮੁੱਚ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਨੇ ਕਿਹਾ ਇਹਨਾਂ ਇੰਦਰੀਆਂ ਨੂੰ ਵਰਤਣਾ ਤੇ ਜ਼ਰੂਰ ਹੈ, ਪਰ ਇਹਨਾਂ ਦੀ ਵਾਗਡੋਰ ਤੁਹਾਡੇ ਆਪਣੇ ਹੱਥ ਵਿੱਚ ਹੋਣੀ ਚਾਹੀਦੀ। ਜਤ ਪਹਾਰਾ ਇਹ ਹੈ ਸੁਨਿਆਰੇ ਦੀ ਦੁਕਾਨ। ਹੁਣ ਸੁਨਿਆਰ ਕੌਣ ਹੈ? ਧੀਰਜ ਸੁਨਿਆਰ। ਕਿਉਂਕਿ ਮੈਂ ਅਧਿਆਤਮਿਕ ਦੁਨੀਆ ਵਿੱਚ ਵਿਚਰਦਿਆਂ ਦੇਖਿਆ ਬਹੁਤ ਸਾਰੇ ਲੋਕ ਬੜੀ ਜਲਦੀ ਉਤਾਵਲੇ ਹੋ ਜਾਂਦੇ ਨੇ। ਸਾਨੂੰ ਇੰਨੇ ਦਿਨ ਹੋ ਗਏ ਪਾਠ ਕਰਦਿਆਂ ਨੂੰ, ਸਾਨੂੰ ਇੰਨੇ ਦਿਨ ਹੋ ਗਏ ਗੁਰਦੁਆਰੇ ਆਉਂਦਿਆਂ ਨੂੰ, ਸਾਡਾ ਆਹ ਕੰਮ ਨਹੀਂ ਬਣਿਆ, ਉਹ ਨਹੀਂ ਬਣਿਆ। ਨਾ ਭਾਈ, ਜਿਸ ਤਰ੍ਹਾਂ ਸੁਨਿਆਰ ਬੜੇ ਧੀਰਜ ਦੇ ਨਾਲ ਸੋਨੇ ਦੇ ਛੋਟੇ ਜਿਹੇ ਟੁਕੜੇ ਵਿੱਚੋਂ, ਪੱਤਰੇ ਵਿੱਚੋਂ ਕੈਸੀ ਕੈਸੀ ਕਾਰੀਗਰੀ ਬਣਾਉਂਦਾ, ਕੈਸੇ ਕੈਸੇ ਫੁੱਲ ਬੂਟੇ ਪਾਉਂਦਾ, ਔਰ ਕੀ ਕੀ ਚੀਜ਼ਾਂ ਤਿਆਰ ਕਰ ਦਿੰਦਾ ਹੈ। ਰਤੀਆਂ ਵਿੱਚੋਂ, ਮਾਸਿਆਂ ਵਿੱਚੋਂ, ਥੋੜੇ ਤੋਂ ਥੋੜੇ ਤੋਲ ਵਜਨ ਤੋਂ ਕੈਸੀਆਂ ਕੈਸੀਆਂ ਚੀਜ਼ਾਂ ਬਣਾਉਂਦਾ, ਪਰ ਉਹ ਬੜੇ ਧੀਰਜ ਨਾਲ ਕੰਮ ਕਰਦਾ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਧੀਰਜ ਨੂੰ ਸੁਨਿਆਰ ਬਣਾਉਣਾ। ਇਹ ਉਤਾਵਲੇਪਨ ਦਾ ਕੰਮ ਨਹੀਂ, ਇਹ ਕਾਲੇਪਨ ਦਾ ਕੰਮ ਨਹੀਂ। ਇਸ ਲਈ ਕਿਹਾ ਜਤ ਪਹਾਰਾ ਧੀਰਜ ਸੁਨਿਆਰ। ਫਿਰ ਕਦੇ ਤੁਸੀਂ ਦੇਖਿਆ ਹੋਵੇ ਸੁਨਿਆਰੇ ਦੀ ਦੁਕਾਨ ਉੱਤੇ ਇੱਕ ਲੋਹੇ ਦਾ ਠੋਸ ਟੁਕੜਾ ਪਿਆ ਹੁੰਦਾ, ਉਹਨੂੰ ਐਰਨ ਕਹਿੰਦੇ ਹਨ। ਉਹਦੇ ਉੱਤੇ ਰੱਖ ਕੇ ਸੋਨੇ ਨੂੰ ਸੁਨਿਆਰ ਹਥੌੜੇ ਨਾਲ ਕੁੱਟਦਾ ਹੈ, ਮੋੜਦਾ ਹੈ, ਨਵਾਂ ਰੂਪ ਦਿੰਦਾ ਹੈ। ਪਾਤਸ਼ਾਹ ਕਹਿੰਦੇ ਨੇ ਜਿਹੜੀ ਸਾਡੀ ਮੱਤ ਹੈ, ਜਿਹਨੂੰ ਬੁੱਧੀ ਵੀ ਕਹਿੰਦੇ ਹਾਂ, ਜਿਹਨੂੰ ਅਕਲ ਵੀ ਕਹਿੰਦੇ ਹਾਂ, ਇਹਨੂੰ ਐਰਨ ਬਣਾਉਣਾ ਹੈ। ਜਤ ਪਹਾਰਾ ਧੀਰਜ ਸੁਨਿਆਰ ਐਰਨ ਮੱਤ। ਇਹ ਜਿਹੜੀ ਸਾਡੀ ਮੱਤ ਹੈ, ਇਸ ਨੂੰ ਐਰਨ ਬਣਾਉਣਾ। ਜਾਤੀ ਕਰੋ ਠੋਸ ਲੋਹੇ ਦਾ ਟੋਟਾ ਨਾ ਹੋਵੇ, ਉਹਦੇ ਉੱਤੇ ਲੋਹਾਰ ਆਪਣਾ ਜਿਹੜਾ ਸੁਨਿਆਰ ਹੈ ਉਹ ਸੋਨੇ ਨੂੰ ਰੱਖ ਕੇ ਕਿਵੇਂ ਕਰੇਗਾ। ਭਾਵ ਇਸ ਆਪਣੀ ਮੱਤ ਨੂੰ ਐਰਨ ਬਣਾ ਕੇ ਵੇਦ ਹਥਿਆਰ। ਇੱਥੇ ਵੀ ਕਈ ਲੋਕ ਟਪਲਾ ਖਾ ਜਾਂਦੇ ਨੇ। ਇਹ ਵੇਦ ਸ਼ਬਦ ਜਿਹੜਾ ਹੈ ਇਹ ਵੇਦਾਂ ਵਾਸਤੇ ਨਹੀਂ ਹੈਗਾ, ਇਹ ਤਾਂ ਵਿਦ ਧਾਤੂ ਤੋਂ ਹੈ। ਵਿਦ ਦਾ ਅਰਥ ਹੈ ਜਾਣਨਾ, ਗਿਆਨ ਜਿਸ ਨੂੰ ਅਸੀਂ ਕਹਿੰਦੇ ਹਾਂ, ਨੌਲੇਜ ਕਹਿੰਦੇ ਹਾਂ। ਜਿਉਂ-ਜਿਉਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਜਿਉਂ-ਜਿਉਂ ਸੰਗਤ ਵਿੱਚ ਜਾਂਦੇ ਹਾਂ, ਤਾਂ ਸਾਨੂੰ ਰੋਜ਼ ਉੱਥੋਂ ਚੰਗੀ ਸਿੱਖਿਆ ਮਿਲਦੀ ਹੈ। ਉਹ ਜਿਹੜੀ ਚੰਗੀ ਸਿੱਖਿਆ ਹੈ ਉਹ ਮਾਨੋ ਇੱਕ ਹਥੌੜਾ ਹੈ। ਉਸ ਹਥੌੜੇ ਦੀ ਆਪਣੇ ਮਤ ਰੂਪੀ ਐਰਨ ਉੱਤੇ ਰੋਜ਼ ਸੱਟ ਮਾਰਨੀ। ਹੁਣ ਜ਼ਰਾ ਧਿਆਨ ਨਾਲ ਇਸ ਲੜੀ ਨੂੰ ਜੋੜਦੇ ਰਹਿਣਾ। ਜਤ ਪਹਾਰਾ ਧੀਰਜ ਸੁਨਿਆਰ ਐਰਨ ਮਤ ਵੇਦ ਹਥਿਆਰ। ਹਥਿਆਰ ਦਾ ਮਤਲਬ ਹੈ ਹਥੌੜਾ। ਇਹ ਜੋ ਸਾਨੂੰ ਰੋਜ਼ ਗੁਰਬਾਣੀ ਰਾਹੀਂ ਸਿੱਖਿਆ ਮਿਲਦੀ ਹੈ, ਇਹ ਹੈ ਵਿਦ ਵੇਦ ਗਿਆਨ। ਔਰ ਇਸ ਗਿਆਨ ਰੂਪੀ ਹਥੌੜੇ ਨੂੰ ਰੋਜ਼ ਆਪਣੀ ਮਤ ਬੁੱਧ ਦੇ ਉੱਤੇ ਮਾਰਦੇ ਰਹਿਣਾ ਜੇ ਅਸੀਂ ਇਹਨੂੰ ਨਵੀਂ ਰੂਪ ਨਵਾਂ ਕਾਰਤ ਕਰਨੀ। ਫਿਰ ਪਾਤਸ਼ਾਹ ਫਰਮਾਉਂਦੇ ਨੇ ਭਾਉ ਖਲਾ। ਭਾਉ ਤੇ ਭਾਉ ਦੋ ਸ਼ਬਦ ਗੁਰਬਾਣੀ ਚ ਆਉਂਦੇ ਨੇ ਬਾਰ-ਬਾਰ। ਭਾਉ ਦਾ ਅਰਥ ਹੈ ਡਰ ਤੇ ਭਾਉ ਦਾ ਅਰਥ ਹੈ ਪ੍ਰੇਮ। ਅਸੀਂ ਕਈ ਵਾਰੀ ਉਚਾਰਨ ਕਰਦਿਆਂ ਦੇਖਿਆ ਕਿ ਭਾਉ ਭਾਉ ਇੱਕੋ ਜਿਹਾ ਮਿਲਾ ਦਿੰਦੇ। ਨਹੀਂ, ਭਾਉ ਡਰ ਜੋ ਹੈ ਉਹ ਖਲਾ ਹੈ। ਖਲਾ ਕੀ ਹੁੰਦਾ? ਹੁਣ ਅੱਜ ਦੇ ਬੱਚਿਆਂ ਨੂੰ ਖਲਾ ਸਮਝਾਉਣਾ ਬੜਾ ਔਖਾ। ਪਹਿਲੇ ਸਮਿਆਂ ਵਿੱਚ ਜਦੋਂ ਇਲੈਕਟ੍ਰਿਸਿਟੀ ਦਾ ਪ੍ਰਭਾਵ ਨਹੀਂ ਸੀ, ਉਦੋਂ ਤੁਸੀਂ ਦੇਖਿਆ ਹੋਵੇਗਾ ਕਿ ਲੋਹਾਰ ਵੀ, ਸੁਨਿਆਰ ਵੀ ਤੇ ਗਲੀਆਂ ਵਿੱਚ ਭਾਂਡੇ ਕਲੀ ਕਰਨ ਵਾਲੇ ਵੀ ਇੱਕ ਛੋਟੀ ਜਿਹੀ ਭੱਠੀ ਲੈ ਕੇ ਆਉਂਦੇ ਸਨ
ਤੇ ਨਾਲ ਉਹਨਾਂ ਨੇ ਇੱਕ ਚਮੜੇ ਦੀ ਮਸ਼ਕ ਜੀ ਰੱਖੀ ਹੁੰਦੀ ਸੀ, ਉਹਨੂੰ ਫੂਕਣੀ ਵੀ ਕਹਿੰਦੇ ਸਨ। ਉਹਨੂੰ ਖਲਾ ਵੀ, ਕਿਉਂਕਿ ਖਲ ਤੋਂ ਬਣੀ ਸੀ, ਖਲਾ ਕਹਿ ਦਿੰਦੇ ਹਨ। ਲੁਹਾਰਾਂ ਦੇ ਕੋਲ ਦੋ ਦੋ ਹੁੰਦੀਆਂ ਸਨ, ਉਹ ਦੋਵਾਂ ਹੱਥਾਂ ਨਾਲ ਇਉਂ ਕਰਕੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਹਵਾ ਦੀ ਲੋੜ ਹੁੰਦੀ, ਸੇਕ ਦੀ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ, ਪਰਮੇਸ਼ਵਰ ਦਾ, ਆਪਣੇ ਬਜ਼ੁਰਗਾਂ ਦਾ ਡਰ ਰੱਖਣਾ, ਇਹ ਮਾਨੋ ਖਲਾ। ਇਹ ਹੈ ਉਸ ਹਵਾ ਨੂੰ, ਅੱਗ ਨੂੰ ਚਮਕਾਉਣ ਦਾ ਤਰੀਕਾ। ਭਾਵ ਬੜਾ ਜ਼ਰੂਰੀ ਹੈ। ਕਈ ਵਾਰੀ ਕਈ ਲੋਕ ਕਹਿੰਦੇ ਜੀ ਭਗਤੀ ਵਿੱਚ ਪੈਸੇ ਦੀ ਕੀ ਲੋੜ ਹੈ। ਨਹੀਂ ਨਹੀਂ, ਪੈਸੇ ਬਿਨ ਭਗਤ ਨਾ ਹੋਵੇ। ਸਾਨੂੰ ਆਪਣੇ ਪਰਿਵਾਰ ਦਾ ਸਿਸਟਮ ਠੀਕ ਰੱਖਣ ਵਾਸਤੇ ਡਰ ਦੇਣਾ ਪੈਂਦਾ ਹੈ। ਆਪਣੇ ਘਰ ਦੇ ਬਜ਼ੁਰਗ ਦਾ, ਵੱਡੇ ਦਾ, ਮੁਖੀ ਦਾ ਡਰ ਦੇਣਾ ਪੈਂਦਾ। ਮੈਂ ਤੇ ਹਮੇਸ਼ਾ ਆਪਣੇ ਬਚਪਨ ਦੀ ਗੱਲ ਕਈ ਵਾਰੀ ਕਰਦਾ ਕਿ ਮੈਂ ਬਹੁਤ ਛੋਟੀ ਉਮਰ ਵਿੱਚ ਗੁਰੂ ਨੇ ਇਸ ਪਾਸੇ ਲਾਇਆ, ਪਰ ਸਾਡੇ ਪਿਤਾ ਜੀ ਦਾ ਡਰ ਬਹੁਤ ਵੱਡਾ ਸੀ। ਜੇ ਕਦੇ ਮਾਤਾ ਜੀ ਨੇ ਕਹਿਣਾ ਅੱਜ ਤੂੰ ਗਲਤੀ ਕੀਤੀ ਹੈ ਨਾ, ਅੱਜ ਤੇਰੇ ਪਿਤਾ ਜੀ ਨੂੰ ਸ਼ਿਕਾਇਤ ਕਰਾਂਗੇ, ਪਹਿਲੀ ਗੱਲ ਤੇ ਇੰਨਾ ਹੀ ਡਰ ਕਾਫੀ ਹੁੰਦਾ ਸੀ। ਪਰ ਜੇ ਕਦੇ ਪਿਤਾ ਜੀ ਤੱਕ ਗੱਲ ਪਹੁੰਚ ਜਾਣੀ ਤੇ ਪਿਤਾ ਜੀ ਨੇ ਕਹਿਣਾ ਭਾਈ ਅੱਛਾ ਇਹਨੇ ਹਰਕਤ ਕੀਤੀ ਹੈ ਨਾ, ਉਹ ਜਰਾ ਮੇਰਾ ਛਿੱਤਰ ਕੱਢ ਕੇ ਲਿਆਓ। ਉਹਨੂੰ ਹਵਾ ਲੱਗਿਆ ਬਹੁਤ ਦਿਨ ਹੋ ਗਏ ਨੇ, ਉਹ ਛਿੱਤਰ ਕਦੇ ਕੱਢਿਆ ਨਹੀਂ ਕਿਸੇ ਨੇ, ਨਾ ਦੇਖਿਆ ਸੀ, ਪਰ ਉਹਦਾ ਡਰ ਇੰਨਾ ਸੀ ਕਿ ਉਹਦੇ ਨਾਲ ਹੀ ਕੰਬਣੀ ਛਿੜ ਜਾਣੀ ਤੇ ਸੌਰੀ ਕਰਨਾ, ਕੰਨਾਂ ਨੂੰ ਹੱਥ ਲਾਉਣੇ, ਮੁੜ ਕੇ ਗਲਤੀ ਨਹੀਂ ਕਰਾਂਗੇ। ਬਾਈ ਭੈ ਤੋਂ ਬਿਨਾਂ ਤੇ ਸਬਰਿਆ ਨਹੀਂ ਜਾਂਦਾ। ਭੈ ਗੁਰੂ ਦਾ ਵੀ ਹੋਵੇ, ਭੈ ਪਰਮੇਸ਼ਵਰ ਦਾ ਵੀ ਹੋਵੇ, ਭੈ ਆਪਣੇ ਵੱਡਿਆਂ ਦਾ, ਬਜ਼ੁਰਗਾਂ ਦਾ ਵੀ ਹੋਵੇ। ਤੋ ਮਹਾਰਾਜ ਕਹਿੰਦੇ ਨੇ ਪਾਓ ਖਲਾ ਅਗਨ ਤਪਤਾਓ। ਉਹ ਗੁਰੂ ਦੀ ਦਿੱਤੀ ਹੋਈ ਮੱਤ ਦੇ ਅਨੁਸਾਰ ਜਿਹੜਾ ਅਮਲ ਕਰਨਾ ਹੈ, ਤਪਤਾਉਣਾ ਹੈ। ਅੱਜ ਕੀ ਪ੍ਰੋਬਲਮ ਹੈ, ਹਰ ਬੰਦਾ ਕਹਿੰਦਾ ਜੀ ਅੰਮ੍ਰਿਤ ਵੇਲੇ ਤੇ ਨਹੀਂ ਉੱਠਿਆ ਜਾ ਸਕਦਾ। ਦੱਸੋ, ਜਿਹਦੇ ਅੰਦਰ ਤੇ ਗੁਰੂ ਦਾ ਡਰ ਹੈ ਉਹ ਕਹਿੰਦਾ ਨਹੀਂ ਮੈਂ ਉੱਠਾਂਗਾ, ਪਰ ਜਿਹਦੇ ਅੰਦਰ ਗੁਰੂ ਦਾ ਡਰ ਨਹੀਂ ਉਹ ਕਹਿੰਦਾ ਮੇਰੇ ਕੋਲ ਨਹੀਂ ਉੱਠਿਆ ਜਾਂਦਾ। ਅੰਮ੍ਰਿਤ ਛਕ ਵੀ ਲੈਂਦੇ ਆ, ਅੰਮ੍ਰਿਤ ਤੇ ਅਮਲ ਵੀ ਨਹੀਂ ਕਰਦੇ। ਬਹੁਤਿਆਂ ਨੂੰ ਤੇ ਭੁੱਲ ਹੀ ਜਾਂਦਾ ਬਈ ਅੰਮ੍ਰਿਤ ਛਕਣ ਵੇਲੇ ਪੰਜ ਪਿਆਰਿਆਂ ਨੇ ਕੀ ਕਿਹਾ ਸੀ। ਮੈਂ ਕਈ ਵਾਰੀ ਪੁੱਛਦਾ, ਹਾਂ ਜੀ ਕਿਹਾ ਤੇ ਸੀ, ਅੰਮ੍ਰਿਤ ਛਕਿਆ ਤੇ ਸੀ, ਪਰ ਸਾਨੂੰ ਯਾਦ ਕੋਈ ਨਹੀਂ। ਬਈ ਜੇ ਡਰ ਹੁੰਦਾ ਤੇ ਯਾਦ ਰਹਿੰਦਾ। ਜੇ ਡਰ ਨਹੀਂ ਹੈਗਾ ਤੇ ਅਸੀਂ ਉਹਦੇ ਤੇ ਅਮਲ ਨਹੀਂ ਕਰਦੇ। ਤੋ ਮਹਾਰਾਜ ਕਹਿੰਦੇ ਨੇ ਜਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਾਓ ਖਲਾ ਅਗਨ ਤਪਤਾਓ। ਭਾਂਡਾ ਭਾਓ, ਲਓ ਹੁਣ ਨਾਲ ਹੀ ਭਾਓ ਤੋਂ ਭਾਓ ਵੀ ਆ ਗਏ। ਭਾਓ ਦਾ ਮਤਲਬ ਹੈ ਪ੍ਰੇਮ। ਆਪਣੇ ਹਿਰਦੇ ਵਿੱਚ ਪ੍ਰੇਮ ਪੈਦਾ ਕਰਨਾ, ਇਹ ਭਾਓ ਹੈ, ਇਹ ਬਰਤਨ ਹੈ। ਜਦ ਤੀਕਰ ਭਾਂਡਾ ਹੀ ਨਹੀਂ ਹੋਵੇਗਾ, ਵਸਤੂ ਕਿੱਥੋਂ ਪਵੇਗੀ? ਜਾਂ ਭਾਂਡੇ ਵਿੱਚ ਪਹਿਲਾਂ ਹੀ ਬੜੀ ਵਸਤੂ ਪਈ ਹੋਈ ਹੈ ਤੇ ਕਿਵੇਂ ਉਦੋਂ ਹੋਰ ਚੀਜ਼ ਪਵੇਗੀ? ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਲੋ ਕਮਾਲ ਦੀ ਗੱਲ ਚੇਤੇ ਆਈ, ਜਿਹੜਾ ਪਾਸ ਅੱਖਰ ਹੈ, ਮੈਂ ਬੜੇ ਬੜੇ ਰਾਗੀ ਸਿੰਘਾਂ ਨੂੰ ਪੁੱਛਿਆ ਪਾਸ ਦਾ ਕੀ ਮਤਲਬ ਹੈ। ਆਂਦੇ ਜੀ ਕੋਲ। ਮੈਂ ਕਿਹਾ ਨਹੀਂ ਨਹੀਂ, ਇੱਥੇ ਪਾਸ ਦਾ ਮਤਲਬ ਹੈ ਪਾਸੇ। ਜਿਹੜੀ ਪਹਿਲਾਂ ਵਸਤੂ ਆਪਣੇ ਅੰਦਰ ਭਰੀ ਪਈ ਉਹਨੂੰ ਪਾਸੇ ਕਰੋ, ਫੇਰ ਜਗ੍ਹਾ ਖਾਲੀ ਹੋਵੇਗੀ ਤਾਂ ਕੁਝ ਪਵੇਗਾ। ਤੋ ਮਹਾਰਾਜ ਕਹਿੰਦੇ ਨੇ ਭਾਂਡਾ ਭਾਓ ਅੰਮ੍ਰਿਤ ਤੇ ਢਾਲ। ਫਿਰ ਉਹਦੇ ਵਿੱਚ ਅੰਮ੍ਰਿਤ ਢਾਲਣਾ ਮਨਾ ਪਾਉਣਾ ਹੈ ਤੇ ਘੜੀਐ ਸ਼ਬਦ ਸੱਚੀ ਟਕਸਾਲ। ਲਓ ਸ਼ਬਦ ਕੀ ਹੈ? ਉਹ ਤਾਂ ਅਸੀਂ ਸ਼ਬਦ ਬੋਲ ਬਾਣੀ ਨੂੰ ਕਹਿੰਦੇ ਹਾਂ, ਪਰ ਇੱਥੇ ਸ਼ਬਦ ਦਾ ਮਤਲਬ ਹੈ ਕਰੈਕਟਰ, ਆਚਰਨ, ਸੁਭਾਅ। ਇਹ ਜਿਹੜੀ ਸੱਚੀ ਟਕਸਾਲ ਗੁਰੂ ਦੀ ਸੰਗਤ ਹੈ ਨਾ, ਇਹਦੇ ਵਿੱਚ ਰਹਿ ਕੇ, ਇਹਦੇ ਵਿੱਚ ਬਹਿ ਕੇ ਇਸ ਆਚਰਨ ਨੂੰ ਕੱਢਣਾ ਹੈ। ਪਰ ਇਹ ਕੰਮ ਕੌਣ ਕਰਨਗੇ? ਜਿਨ ਕੋ ਨਦਰ ਕਰਮ ਤਿਨਕਾਰ। ਜਿਨ੍ਹਾਂ ਉੱਤੇ ਨਦਰ ਕਰਮ, ਇਹਨੂੰ ਇਕੱਠਾ ਹੀ ਬੋਲਣਾ। ਕਰਮ ਦਾ ਮਤਲਬ ਹੈ ਬਖਸ਼ਿਸ਼ ਦੀ ਨਜ਼ਰ। ਜਿਨ੍ਹਾਂ ਉੱਤੇ ਉਸ ਵਾਹਿਗੁਰੂ ਦੀ, ਗੁਰੂ ਦੀ ਬਖਸ਼ਿਸ਼ ਦੀ ਨਜ਼ਰ ਹੋਵੇਗੀ, ਤਿਨਕਾਰ, ਉਹਨਾਂ ਦੀ ਇਹ ਕਾਰ ਹੋਵੇਗੀ, ਉਹ ਇਹ ਕੰਮ ਕਰਨਗੇ। ਤੇ ਜਿਹੜੇ ਕੰਮ ਕਰਨਗੇ, ਨਾਨਕ ਨਦਰੀ ਨਦਰ ਨਿਹਾਲ। ਨਾਨਕ ਜੀ ਫਰਮਾਉਂਦੇ ਨੇ ਉਸ ਮਿਹਰਬਾਨ ਦੀ ਕਿਰਪਾ ਦੇ ਸਦਕਾ ਨਿਹਾਲ 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 ਹੋ ਜਾਣਗੇ। ਤੋ ਸਾਧ ਸੰਗਤ,
ਇਹ ਪੌੜੀ ਕਠਿਨ ਜ਼ਰੂਰ ਹੈ। ਦਾਸ ਨੇ ਵੀ ਯਤਨ ਕੀਤਾ ਹੈ ਕਿ ਇਸ ਦੀ ਕੀ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ ਜਾਏ, ਪਰ ਫਿਰ ਵੀ ਗੁਰੂ ਸਾਹਿਬ ਕਹਿੰਦੇ ਨੇ ਇਹ ਪ੍ਰੈਕਟੀਕਲ ਕਰਨ ਦੀ ਲੋੜ ਹੈ। ਸਿਰਫ ਇਹਨੂੰ ਗਿਆਨ ਦੁਆਰਾ ਸਮਝਾਉਣ ਦਾ ਵਿਸ਼ਾ ਨਹੀਂ। ਜਦੋਂ ਤੁਸੀਂ ਤੇ ਮੈਂ ਆਪਣੇ ਅੰਦਰ ਇਸ ਘਾੜਤ ਨੂੰ ਕੱਢਣਾ ਸ਼ੁਰੂ ਕਰਾਂਗੇ, ਫਿਰ ਜੀਵਨ ਵਿਲੱਖਣ ਬਣ ਜਾਏਗਾ। ਤੋ ਇੱਕ ਵਾਰੀ ਫਿਰ ਪਾਠ ਸੁਣੋ। ਜਤ ਪਹਾਰਾ ਧੀਰਜ ਸੁਨਿਆਰ, ਐਰਣ ਮਤ ਵੇਦ ਹਥਿਆਰ, ਪਾਓ ਖਲਾ ਅਗਨ ਤਬ ਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਟਕਸਾਲ ਕਿਸ ਨੂੰ ਕਹਿੰਦੇ ਨੇ? ਜਿੱਥੇ ਕਰੰਸੀ ਛਪਦੀ ਉਹਨੂੰ ਟਕਸਾਲ ਕਹਿੰਦੇ ਨੇ, ਅੰਗਰੇਜ਼ੀ ਵਿੱਚ ਮਿੰਟ ਕਹਿੰਦੇ ਨੇ। ਇਹ ਜਿਹੜੀ ਗੁਰੂ ਦੀ ਸੰਗਤ ਹੈ ਇਹ ਟਕਸਾਲ ਹੈ, ਇਹ ਸੱਚੀ ਟਕਸਾਲ ਹੈ। ਇੱਥੇ ਜੀਵਨ ਘੜੇ ਜਾਂਦੇ ਹਨ। ਤਾਂ ਹੀ ਭੱਟ ਕੀਰਤ ਵਰਗਿਆਂ ਨੇ ਕਿਹਾ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਪਰ ਹੁਣ ਤੇ ਗੁਰਦੁਆਰੇ ਬਹੁਤ ਵੱਡੇ ਨੇ ਤੇ ਅੰਦਰ ਸੰਗਤ ਹੈ ਨਹੀਂ। ਉੱਥੇ ਬਹਿ ਕੇ ਸ਼ਬਦ ਵਿਚਾਰ ਕਰਨ ਦੀ ਕਿਸੇ ਨੂੰ ਰੁਚੀ ਨਹੀਂ। ਬਸ ਗੁਰਦੁਆਰਿਆਂ ਤੇ ਸੋਨਾ ਲਾਓ, ਉੱਤੇ ਸੰਗਮਰਮਰ ਜੜ ਦਿਓ, ਉੱਥੇ ਇਹ ਕਰ ਦਿਓ ਉਹ ਕਰ ਦਿਓ। ਜਿਹੜਾ ਗੱਲ ਕਰਨ ਵਾਲੀ ਸੀ ਉਹ ਅਸੀਂ ਕਰ ਨਹੀਂ ਰਹੇ। ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਗਿਆਨੀ ਜੀ ਨੇ ਬੜੇ ਹੀ ਪਿਆਰ ਨਾਲ ਸਾਨੂੰ ਇਸ ਪੌੜੀ ਦੇ ਅਖਰੀ ਅਰਥ ਤੇ ਵਿਆਕਰਣ ਅਰਥ ਸਮਝਾਏ। ਹੁਣ ਸਮਾਂ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਮੁੜ ਮਿਲਦੇ ਹਾਂ ਪ੍ਰੋਗਰਾਮ ਗੁਰਮਤਿ ਗਿਆਨ ਲਾਈਵ ਵਿੱਚ।